ਦੇ ਦਫ਼ਤਰ ਤੋਂ ਭਾਰੀ ਮਾਤਰਾ ਦੇ ਵਿੱਚ ਐਂਬੂਲੈਂਸ ਦਾ ਜ਼ਖੀਰਾ ਬਰਾਮਦ ਹੋਇਆ ਹੈ। ਬੇहद ਹੀ ਸ਼ਰਮਨਾਕ ਗੱਲ ਹੈ ਕਿ ਕੋਰੋਨਾ ਦੌਰ ਚੱਲ ਰਿਹਾ ਹੈ, ਕਾਰਾ ਦੌਰ ਚੱਲ ਰਿਹਾ ਹੈ, ਜਿਸ ਦੌਰਾਨ ਐਂਬੂਲੈਂਸ ਦੀ ਘਾਟ ਕਰਕੇ ਕਈ ਕੋਰੋਨਾ ਮਰੀਜ਼ਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਇਸ ਦੌਰਾਨ ਐਮਪੀ सांसद ਦੇ ਦਫ਼ਤਰ ਤੋਂ ਇੰਨੀ ਭਾਰੀ ਮਾਤਰਾ ਦੇ ਵਿੱਚ ਐਂਬੂਲੈਂਸ ਦਾ ਜ਼ਖੀਰਾ ਮਿਲਣਾ ਬੇਕਹੀ ਸਵਾਲ ਜਿਹੜੇ ਨੇ ਖੜੇ ਕਰਦਾ। ਤੁਹਾਨੂੰ ਦੱਸ ਦਿੰਦੇ ਹਾਂ ਕਿ 50 ਤੋਂ ਵੱਧ ਜਿਹੜੀਆਂ ਨੇ ਐਂਬੂਲੈਂਸ ਬੀਜੇਪੀ सांसद ਦੇ ਅਮਨੋਰ ਸਥਿਤ ਦਫ਼ਤਰ ਦੇ ਵਿੱਚ ਜਿਹੜੀ ਬਰਾਮਦ ਕੀਤੀਆਂ ਗਿਆ ਨੇ। ਪੂਰੀ ਤਰ੍ਹਾਂ ਨਾਲ ਜਿਹੜੀਆਂ ਉਹਨਾਂ ਗੱਡੀਆਂ ਦੇ ਉੱਤੇ ਐਂਬੂਲੈਂਸ ਦੇ ਉੱਤੇ ਜਿਹੜੀ ਹੈ ਚਾਦਰਾਂ ਪਾਈਆਂ ਗਈਆਂ ਨੇ, ਮਿੱਟੀ ਦੇ ਵਿੱਚ ਪੂਰੀ ਤਰ੍ਹਾਂ ਨਾਲ ਮਿੱਟੀ ਦੇ ਵਿੱਚ ਜਿਹੜੀ ਹੈ ਉਹ ਲਿਪਤ ਹੋਈਆਂ ਪਈਆਂ ਨੇ ਗੱਡੀਆਂ। ਲੇਕਿਨ ਐਮਪੀ सांसद ਵੱਲੋਂ ਇਹ ਨਹੀਂ ਕੀਤਾ ਗਿਆ ਕਿ ਲੋਕਾਂ ਦੀ ਜਾਨਾਂ ਨੂੰ ਬਚਾਉਣ ਦੇ ਲਈ ਇਹਨਾਂ ਐਂਬੂਲੈਂਸ ਨੂੰ ਲੋਕਾਂ ਨੂੰ ਦਿੱਤਾ ਜਾਵੇ, ਹਸਪਤਾਲ ਪ੍ਰਸ਼ਾਸਨ ਨੂੰ ਦਿੱਤਾ ਜਾਵੇ। ਇੱਥੇ ਕਈ ਸਵਾਲ ਜਿਹੜੇ ਨੇ ਖੜੇ ਹੁੰਦੇ ਨੇ ਕਿ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕ ਜਿਹੜੇ ਨੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਣ, ਹਨਾ, ਹਸਪਤਾਲ ਪ੍ਰਸ਼ਾਸਨ ਜਿਹੜਾ ਹੈ ਜਿਵੇਂ ਹੋ ਸਕੇ ਲੋਕਾਂ ਦੀ ਮਦਦ ਕਰਨ, ਕੋਰੋਨਾ ਮਰੀਜ਼ਾਂ ਦੀ ਜਾਨ ਬਚਾਉਣ। ਲੇਕਿਨ ਜੇਕਰ ਬੀਜੇਪੀ ਵੱਲੋਂ ਹੀ ਬੀਜੇਪੀ सांसद ਵੱਲੋਂ ਵੀ ਜਿਸ ਤਰ੍ਹਾਂ ਨਾਲ ਐਂਬੂਲੈਂਸ ਦਾ ਜ਼ਖੀਰਾ ਉਹਨਾਂ ਦੇ ਦਫ਼ਤਰ ਚੋਂ ਮਿਲਿਆ ਹੈ, ਉਹ ਕਈ ਨਾ ਕਈ ਕਿਤੇ ਨਾ ਕਿਤੇ ਜਿਹੜੇ ਕਈ ਸਵਾਲ ਜਿਹੜੇ ਨੇ ਉਹ ਬੀਜੇਪੀ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ। ਸੋ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ ਕਿ ਬੀਜੇਪੀ सांसद ਰਾਜੀਵ ਪ੍ਰਤਾਪ ਰੂਡੀ ਦੇ ਦਫ਼ਤਰ ਚੋਂ ਅਮਨੋਰ ਸਥਿਤ ਦਫ਼ਤਰ ਹੈ ਉਹਨਾਂ ਦਾ, ਉੱਥੋਂ ਭਾਰੀ ਮਾਤਰਾ ਦੇ ਵਿੱਚ ਜਿਹੜੀ ਹੈ ਨਵੀਆਂ ਐਂਬੂਲੈਂਸ ਦਾ ਜ਼ਖੀਰਾ ਬਰਾਮਦ ਹੋਇਆ। ਪੂਰੀ ਤਰ੍ਹਾਂ ਨਾਲ ਚਾਦਰਾਂ ਜਿਹੜੇ ਸੀ ਐਂਬੂਲੈਂਸ ਦੇ ਉੱਤੇ ਰੱਖੀਆਂ ਗਈਆਂ ਸੀਗੀਆਂ, ਮਿੱਟੀ ਦੇ ਵਿੱਚ ਲਿਪਤ ਹੋ ਰਹੀਆਂ ਸੀਗੀਆਂ ਗੱਡੀਆਂ। ਲੇਕਿਨ ਬੀਜੇਪੀ सांसद ਵੱਲੋਂ ਇਹ ਕੀਤਾ ਨਹੀਂ ਗਿਆ ਕਿ ਉਹਨਾਂ ਵੱਲੋਂ ਜਿਹੜੀਆਂ ਨੇ ਇਹ ਜਿਹੜੀਆਂ ਗੱਡੀਆਂ ਨੇ ਉਹ ਹਸਪਤਾਲ ਨੂੰ ਦਿੱਤੀਆਂ ਜਾਣ ਤਾਂ ਕਿ ਲੋਕਾਂ ਦੀਆਂ ਜਾਨਾਂ ਜਿਹੜੀਆਂ ਨੇ ਉਹ ਬਚਾਈਆਂ ਜਾ ਸਕਣ। ਐਮਪੀ ਲੈਂਡ ਤੋਂ ਖਰੀਦੀਆਂ ਗਈਆਂ ਇਹ ਜਿਹੜੀ ਭਾਰੀ ਮਾਤਰਾ ਵਿੱਚ ਐਂਬੂਲੈਂਸ ਜਿਹੜੀਆਂ ਸੀਗੀਆਂ ਉਹ ਐਮਪੀ ਲੈਂਡ ਚੋਂ ਖਰੀਦੀਆਂ ਤਾਂ ਗਈਆਂ, ਲੇਕਿਨ ਲੋਕਾਂ ਨੂੰ ਜਿਹੜੀਆਂ ਨੇ ਸਮਰਪਿਤ ਨਹੀਂ ਕੀਤਾ ਗਿਆ। ਲੇਕਿਨ ਇਹ ਪੂਰਾ ਜਿਹੜਾ ਮਾਮਲਾ ਜਿਹੜਾ ਬੇहद ਹੀ ਗੰਭੀਰ ਮਾਮਲਾ ਹੈ, ਕਿਉਂਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਕੋਰੋਨਾ ਮਰੀਜ਼ਾਂ ਦੀ ਜਿਹੜੀਆਂ ਜਾਨਾਂ ਗਈਆਂ ਨੇ ਉਹ ਕਿਤੇ ਨਾ ਕਿਤੇ ਜਿਹੜੀ ਨੇ ਐਂਬੂਲੈਂਸ ਦੀ ਘਾਟ ਕਰਕੇ ਵੀ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ। ਸੋ ਬਿਹਾਰ ਦਾ ਇੱਕ ਮਾਮਲਾ ਹੈ, ਬਿਹਾਰ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਆਪਣੀਆਂ ਜਾਨਾਂ ਗਵਾ ਚੁੱਕੇ ਨੇ, ਕੋਰੋਨਾ ਮਰੀਜ਼ ਕਰਕੇ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ, ਆਕਸੀਜਨ ਕਰਕੇ ਜੋ ਗਵਾ ਚੁੱਕੇ ਨੇ, ਐਂਬੂਲੈਂਸ ਕਰਕੇ ਗਵਾ ਚੁੱਕੇ ਨੇ। ਸੋ ਐਮਪੀ ਲੈਂਡ ਤੋਂ ਜਿਹੜੀਆਂ ਐਂਬੂਲੈਂਸ ਜਿਹੜੀਆਂ ਨੇ ਉਹ ਖਰੀਦੀਆਂ ਤਾਂ ਗਈਆਂ ਨੇ, ਲੇਕਿਨ ਲੋਕਾਂ ਨੂੰ ਉਹ ਨਹੀਂ ਦਿੱਤੀਆਂ ਗਈਆਂ। ਲੋਕਾਂ ਨੂੰ ਜਦੋਂ ਜ਼ਰੂਰਤ ਹੈ, ਕੋਰੋਨਾ ਕਾਲਾ ਦੌਰ ਜਿਹੜਾ ਹੈ ਕੋਰੋਨਾ ਦਾ ਚੱਲ ਰਿਹਾ, ਇਸ ਦੌਰ ਦੇ ਵਿੱਚ ਲੋਕਾਂ ਨੂੰ ਬੇहद ਜ਼ਰੂਰੀ ਹੈ, ਐਂਬੂਲੈਂਸ ਦੀ ਬੇहद ਜ਼ਰੂਰਤ ਹੈ। ਲੇਕਿਨ ਇਸ ਦੌਰ ਦੇ ਵਿੱਚ ਜਿਹੜੀ ਹੈ ਬੀਜੇਪੀ ਦੇ सांसद ਵੱਲੋਂ ਆਪਣੇ ਦਫ਼ਤਰ ਦੇ ਵਿੱਚ ਜਿਹੜੀ ਐਂਬੂਲੈਂਸ ਨੂੰ ਇਸ ਤਰ੍ਹਾਂ ਨਾਲ ਸੰਭਾਲੀ ਬੈਠਣਾ ਬੇहद ਹੀ ਸ਼ਰਮਨਾਕ ਹੈ ਉਸ ਦੇਸ਼ ਦੇ ਲਈ ਜਿਸ ਦੇ ਵਿੱਚ ਅਜਿਹੇ ਜਿਹੜੇ ਮੰਤਰੀ ਨੇ ਉਹਨਾਂ ਵੱਲੋਂ ਅਜਿਹਾ ਕੀਤਾ ਜਾ ਰਿਹਾ। ਸੋ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਜੇਪੀ सांसद ਰਾਜੀਵ ਪ੍ਰਤਾਪ ਰੂਡੀ ਦੇ ਅਮਨੋਰ ਸਥਿਤ ਦਫ਼ਤਰ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਜਿਹੜੀ ਹੈ ਐਂਬੂਲੈਂਸ ਦਾ ਜ਼ਖੀਰਾ ਬਰਾਮਦ ਹੋਇਆ। 50 ਤੋਂ ਵੱਧ ਜਿਹੜੀਆਂ ਨੇ ਐਂਬੂਲੈਂਸ ਨਵੀਆਂ ਐਂਬੂਲੈਂਸ ਜਿਹੜੀਆਂ ਸੀ ਇੱਥੇ ਖੜੀਆਂ ਸਨ, ਜਿਹੜੀਆਂ ਕਿ ਐਮਪੀ ਲੈਂਡ ਚੋਂ ਬੇਸ਼ੱਕ ਖਰੀਦੀਆਂ ਜ਼ਰੂਰ ਗਈਆਂ ਨੇ, ਲੇਕਿਨ ਜਦੋਂ ਲੋਕਾਂ ਨੂੰ ਇਸ ਦੀ ਲੋੜ ਤੇ ਲੋਕਾਂ ਨੂੰ ਇਹ ਦਿੱਤੀਆਂ ਨਹੀਂ ਗਈਆਂ। ਸੋ ਇੱਕ ਵਾਰ ਫਿਰ ਤੁਹਾਨੂੰ ਜਿਹੜੇ ਦੱਸ ਦਿੰਦੇ ਕਿ ਬੇहद ਹੀ ਸ਼ਰਮਨਾਕ ਮਾਮਲਾ ਹੈ। ਬੀਜੇਪੀ ਤੇ ਕਈ ਸਵਾਲ ਖੜੇ ਕਰਦਾ ਹੈ ਕਿ ਜਿਹੜੇ ਲੋਕ ਜਿਹੜੇ ਸੀ ਉਹ ਤੜਪ ਕੇ ਮਰ ਰਹੇ ਨੇ ਕਿਉਂਕਿ ਉਹਨਾਂ ਨੂੰ ਐਂਬੂਲੈਂਸ ਨਹੀਂ ਮਿਲ ਰਹੀ। ਸੋ ਅਜਿਹਾ ਬੀਜੇਪੀ सांसद ਵੱਲੋਂ ਅਜਿਹਾ ਕਰਨਾ ਜਿਹੜਾ ਹੈ ਕਿਤੇ ਨਾ ਕਿਤੇ ਬੀਜੇਪੀ ਉੱਤੇ ਵੀ ਜਿਹੜੇ ਕਈ ਸਵਾਲ ਖੜੇ ਕਰਦਾ ਹੈ। ਸੋ ਤੁਹਾਨੂੰ ਦੱਸ ਦਿੰਦੇ ਆ ਕਿ ਬੀਜੇਪੀ सांसद ਜਿਹੜੇ ਨੇ ਪੂਰੀ ਤਰ੍ਹਾਂ ਨਾਲ ਜਿਹੜੇ ਨੇ ਫਸ ਚੁੱਕੇ ਨੇ ਇਸ ਮਾਮਲੇ ਨੂੰ ਲੈ ਕੇ। ਜਿਹੜਾ ਹੈ ਬੀਜੇਪੀ सांसद ਉੱਤੇ ਕਈ ਸਵਾਲ ਵੀ ਖੜੇ ਹੋ ਰਹੇ ਨੇ। ਇਸ ਵਿੱਚ ਬੀਜੇਪੀ सांसद ਵੱਲੋਂ ਆਪਣੀ ਸਫਾਈ ਵੀ ਪੇਸ਼ ਕੀਤੀ ਗਈ। ਉਹਨਾਂ ਨੇ ਕਿਹਾ ਕਿ ਐਂਬੂਲੈਂਸ ਤਾਂ ਬੇਸ਼ੱਕ ਉਹਨਾਂ ਕੋਲ ਹਨ, ਲੇਕਿਨ ਐਂਬੂਲੈਂਸ ਚਲਾਉਣ ਲਈ ਉਹਨਾਂ ਕੋਲ ਡਰਾਈਵਰ ਮੌਜੂਦ ਨਹੀਂ। ਸੋ ਇਹ ਜਿਹੜੀ ਸਫਾਈ ਦਿੱਤੀ ਗਈ ਹੈ ਬੀਜੇਪੀ सांसद ਵੱਲੋਂ, ਉਹ ਕਈ ਸਵਾਲ ਜਿਹੜੇ ਨੇ ਉਹ ਖੜੇ ਕਰਦਾ ਹੈ ਕਿ ਐਂਬੂਲੈਂਸ ਤਾਂ ਮੌਜੂਦ ਹੈ, ਲੇਕਿਨ ਜਿਹੜੀ ਡਰਾਈਵਰ ਜਿਹੜੇ ਉਹਨਾਂ ਦੀ ਕਮੀ ਹੈ। ਸੋ ਹਸਪਤਾਲ ਪ੍ਰਸ਼ਾਸਨ ਨੂੰ ਐਂਬੂਲੈਂਸ ਦੇਣੀ ਚਾਹੀਦੀ ਸੀ, ਲੇਕਿਨ ਬੀਜੇਪੀ सांसद ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਲੋਕ ਜਿਹੜੇ ਨੇ ਬਿਹਾਰ ਦੇ ਵਿੱਚ ਕੋਰੋਨਾ ਮਰੀਜ਼ ਜਿਹੜੇ ਨੇ ਉਹ ਤੜਪ ਕੇ ਮਰ ਰਹੇ ਨੇ, ਐਂਬੂਲੈਂਸ ਦੀ ਘਾਟ ਹੈ, ਆਕਸੀਜਨ ਦੀ ਘਾਟ ਹੈ, ਪਰ ਅਜਿਹੇ ਦੇ ਵਿੱਚ ਜਿਹੜੇ ਇਹ ਮਾਮਲਾ ਜਿਹੜਾ ਹੈ ਕੋਈ ਸਵਾਲ ਜਿਹੜਾ ਹੈ ਖੜਾ ਕਰ ਰਿਹਾ। ਸੋ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦੇ ਆ ਕਿ ਬੀਜੇਪੀ सांसद ਰਾਜੀਵ ਪ੍ਰਤਾਪ ਰੂਡੀ ਦੇ ਦਫ਼ਤਰ ਅਮਨੋਰ ਸਥਿਤ ਦਫ਼ਤਰ ਹੈਗਾ ਉਹਨਾਂ ਦਾ, ਉਹਦੇ ਵਿੱਚ 50 ਤੋਂ ਵੱਧ ਜਿਹੜੀਆਂ ਨੇ ਐਂਬੂਲੈਂਸ ਨਵੀਆਂ ਐਂਬੂਲੈਂਸ ਜਿਹੜੀਆਂ ਨੇ ਉੱਥੇ ਬਰਾਮਦ ਹੋਈਆਂ ਨੇ, ਜੋ ਕਿ ਪੂਰੀ ਤਰ੍ਹਾਂ ਚਾਦਰਾਂ ਨਾਲ ਜਿਹੜੀਆਂ ਢੱਕੀਆਂ ਹੋਈਆਂ ਸਨ, ਉਹਨਾਂ ਤੇ ਮਿੱਟੀ ਪਈ ਹੋਈ ਸੀ। ਲੇਕਿਨ ਬੀਜੇਪੀ सांसद ਵੱਲੋਂ ਇਹ ਨਹੀਂ ਕੀਤਾ ਗਿਆ ਕਿ ਇਹਨਾਂ ਐਂਬੂਲੈਂਸ ਨੂੰ ਹਸਪਤਾਲ ਨੂੰ ਸੌਂਪਿਆ ਜਾਵੇ ਤਾਂ ਕਿ ਜਿਹੜੇ ਕੋਰੋਨਾ ਮਰੀਜ਼ ਜਿਹੜੇ ਸੀ ਉਹਨਾਂ ਦੀ ਜਾਨਾਂ ਨੂੰ ਬਚਾਇਆ ਜਾ ਸਕੇ। ਸੋ ਬੀਜੇਪੀ सांसद ਵੱਲੋਂ ਮਨੁੱਖੀ ਕੀਮਤੀ ਜਾਨਾਂ ਜਿਹੜੀਆਂ ਉਹਨਾਂ ਲਈ ਜ਼ਰੂਰੀ ਨਹੀਂ ਸਮਝਿਆ। ਉਹਨਾਂ ਨੇ ਐਂਬੂਲੈਂਸ ਨੂੰ
ਦੇਣ ਦੀ ਬਜਾਏ ਆਪਣੇ ਦਫ਼ਤਰ ਦੇ ਵਿੱਚ ਹੀ ਉਹ ਸੰਭਾਲੀ ਬੈਠੇ ਸਨ। ਸੋ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਦੇ ਹਾਂ, ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਨਾਲ ਇਹ ਐਂਬੂਲੈਂਸ ਜਿਹੜੀਆਂ ਨੇ 50 ਤੋਂ ਵੱਧ ਜਿਹੜੀਆਂ ਐਂਬੂਲੈਂਸ ਦੱਸੀਆਂ ਜਾ ਰਹੀਆਂ ਨੇ। ਦਰਜਨਾਂ ਐਂਬੂਲੈਂਸ ਸੀਗੀਆਂ ਜੋ ਕੱਪੜਿਆਂ ਦੇ ਨਾਲ ਜਿਹੜੀਆਂ ਨੇ ਟਕੀਆਂ ਹੋਈਆਂ ਨੇ, ਉੱਪਰ ਮਿੱਟੀ ਵੀ ਪਈ ਹੋਈ ਹੈ, ਲੇਕਿਨ ਐਂਬੂਲੈਂਸ ਨੂੰ ਹਸਪਤਾਲ ਪ੍ਰਸ਼ਾਸਨ ਨੂੰ ਨਹੀਂ ਸੌਂਪਿਆ ਗਿਆ, ਉਹਨਾਂ ਨੂੰ ਨਹੀਂ ਦਿੱਤੀ ਗਈ। ਜਦੋਂ ਸਭ ਤੋਂ ਜ਼ਿਆਦਾ ਜਿਹੜੀ ਕਰੋਨਾ ਦੇ ਕਾਲੇ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਐਂਬੂਲੈਂਸ ਦੀ, ਇਸ ਐਂਬੂਲੈਂਸ ਨੂੰ ਹਸਪਤਾਲ ਪ੍ਰਸ਼ਾਸਨ ਨੂੰ ਸੌਂਪਣ ਦੀ ਬਜਾਏ ਜਿਹੜੀ ਹੈ ਬੀਜੇਪੀ ਸਾਂਸਦ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਹੀ ਇਹਨਾਂ ਐਂਬੂਲੈਂਸ ਨੂੰ ਸੰਭਾਲੀ ਬੈਠੇ ਨੇ ਰੱਖਿਆ ਗਿਆ। ਸੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਖੁਦ ਵੀ ਦੇਖੋ ਔਰ ਖੁਦ ਵੀ ਇਹ ਜਿਹੜਾ ਸਵਾਲ ਤੁਸੀਂ ਖੁਦ ਵੀ ਤੁਹਾਡੇ ਮਨਾਂ ਦੇ ਵਿੱਚ ਵੀ ਇਹ ਸਵਾਲ ਆਏਗਾ ਕਿ ਬੀਜੇਪੀ ਜਿਹੜੀ ਸਰਕਾਰ ਹੈਗੀ, ਕੇਂਦਰ ਸਰਕਾਰ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ, ਸੂਬਾ ਸਰਕਾਰਾਂ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਲੋਕਾਂ ਦੀਆਂ ਜਾਨਾਂ ਜਿੱਥੇ ਤੱਕ ਹੋ ਸਕੇ ਉਹਨਾਂ ਦੀ ਕਰੋਨਾ ਮਰੀਜ਼ਾਂ ਦੀ ਮਦਦ ਕੀਤੀ ਜਾਵੇ, ਜਿੱਥੇ ਹੋ ਸਕੇ ਜੋ ਮਦਦ ਕਰਨਾ ਚਾਹੁੰਦਾ ਉਹ ਕਰਨ। ਲੇਕਿਨ ਜਿਹੜਾ ਬੀਜੇਪੀ ਸਾਂਸਦ ਦੇ ਦਫ਼ਤਰ ਦੇ ਵਿੱਚ ਜੋ ਐਂਬੂਲੈਂਸ ਬਰਾਮਦ ਹੋਈਆਂ ਨੇ, ਉਹਨਾਂ ਨੇ ਕਈ ਸਵਾਲ ਸਰਕਾਰ ਦੇ ਉੱਤੇ ਵੀ ਖੜੇ ਕਰ ਦਿੱਤੇ ਨੇ ਕਿ ਆਖਿਰ ਬੀਜੇਪੀ ਸਾਂਸਦ ਨੇ ਇੰਨੀਆਂ ਐਂਬੂਲੈਂਸ ਆਪਣੇ ਦਫ਼ਤਰ ਦੇ ਵਿੱਚ ਕਿਉਂ ਰੱਖੀਆਂ। ਇਹ ਸਵਾਲ ਜਿਹੜਾ ਹੈ ਬੇਹੱਦ ਹੀ ਗੰਭੀਰ ਹੈ। ਲੋਕਾਂ ਦੀ ਕੀਮਤੀ ਜਾਨਾਂ ਜਿਹੜੀਆਂ ਸੀ ਉਹ ਬੀਜੇਪੀ ਸਾਂਸਦ ਲਈ ਜ਼ਰੂਰੀ ਨਹੀਂ ਸੀ, ਉਹਨਾਂ ਲਈ ਐਂਬੂਲੈਂਸ ਨੂੰ ਦਫ਼ਤਰ ਦੇ ਵਿੱਚ ਰੱਖਣਾ ਇਹ ਬੇਹੱਦ ਜ਼ਰੂਰੀ ਸੀ। ਸੋ ਸਭ ਤੋਂ ਰੁਖ ਕਰਦੇ ਹਾਂ ਤਸਵੀਰਾਂ ਦੇ ਵੱਲ।